A very good morning, students. I hope you all are fine. Students, today we are going to discuss our class 7th essay. So विद्यार्थियों, इस टॉपिक ਦੇ ਵਿੱਚ ਅਸੀਂ ਇਸ ਕਲਾਸ ਦੇ ਵਿੱਚ ਇਸ ਟਰਮ ਦੇ ਵਿੱਚ ਅਸੀਂ ਦੋ ਲੇਖ ਡਿਸਕਸ ਕਰਾਂਗੇ. Our first ਲੇਖ is ਦੀਵਾਲੀ. So ਜਦੋਂ ਵੀ ਅਸੀਂ ਲੇਖ ਲਿਖਦੇ ਹਾਂ, so students ਜਦੋਂ ਅਸੀਂ ਲੇਖ ਲਿਖਦੇ ਹਾਂ ਤੇ ਸਾਨੂੰ अलग-अलग चीज़ों का जोड़ा वा ध्यान रखना पैंदा वा. ਜਦੋਂ ਵੀ ਅਸੀਂ ਲੇਖ ਨੂੰ ਸਟਾਰਟ ਕਰਨਾ ਵਾ ਸਾਨੂੰ ਸਭ ਤੋਂ ਪਹਿਲਾਂ ਉਸ ਦੀ ਇੰਟਰੋਡਕਸ਼ਨ ਯਾਨੀ ਕਿ ਜਾਣ ਪਹਿਚਾਣ ਜਿਹੜੀ ਆ ਜੋ ਵੀ ਅਸੀਂ ਟੌਪਿਕ ਲਿਖਣ ਜਾ ਰਹੇ ਹਾਂ ਉਸ ਦੀ ਜਾਣ ਪਹਿਚਾਣ ਜਿਹੜਾ ਦੇਣਾ ਵਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਵਾ. ਨੈਕਸਟ ਅਸੀਂ ਬੋਡੀ ਲਿਖਦੇ ਹਾਂ. ਬੋਡੀ ਦੇ ਵਿੱਚ ਜਿਹੜੇ ਅਸੀਂ ਜਿੰਨੇ ਵੀ ਆਪਣੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਅਲੱਗ-ਅਲੱਗ ਜਿਹੜੀਆਂ ਹੈਡਿੰਗ ਤੇ ਲਿਖ ਕੇ ਦੈਨ ਅਸੀਂ ਉਹਨਾਂ ਨੂੰ ਐਕਸਪਲੇਨ ਕਰਨਾ ਹੁੰਦਾ ਹੈ. ਔਰ ਲਾਸਟ ਵਿੱਚ ਹੁੰਦਾ ਹੈ ਕਨਕਲੂਜਨ. ਜਦੋਂ ਵੀ ਅਸੀਂ ਕੋਈ ਲੇਖ ਲਿਖਦੇ ਹਾਂ ਜਦੋਂ ਅਸੀਂ ਕਿਸੇ ਲੇਖ ਦੇ ਵਿੱਚ ਕਨਕਲੂਜਨ ਨਹੀਂ ਦਿੰਦੇ ਸਾਡਾ ਉਹ ਲੇਖ ਇੱਕ ਕਨਕਲੂਜਨ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਵਾ. ਸੋ ਇਹਨਾਂ ਤਿੰਨਾਂ ਪੁਆਇੰਟਸ ਨੂੰ ਧਿਆਨ ਵਿੱਚ ਰੱਖਣਾ ਹੈ. ਸਭ ਤੋਂ ਪਹਿਲਾਂ ਇੰਟਰੋਡਕਸ਼ਨਰੀ ਪਾਰਟ, ਦੈਨ ਉਸ ਦੇ ਵਿੱਚ ਬੋਡੀ ਨੂੰ ਤੁਸੀਂ ਅਲੱਗ-ਅਲੱਗ ਪੁਆਇੰਟਸ ਵਿੱਚ ਐਕਸਪਲੇਨ ਕਰ ਸਕਦੇ ਹੋ ਐਂਡ ਦੈਨ ਲਾਸਟ ਉੱਪਰ ਕਨਕਲੂਜਨ ਜਾਂ ਸਾਰੰਸ਼. ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਲੇਖ ਲਿਖਣਾ. ਸੋ ਲੈਟਸ ਡਿਸਕਸ ਆਰ ਫਰਸਟ ਲੇਖ ਦੀਵਾਲੀ. ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਾਣ ਪਹਿਚਾਣ ਦੀ. ਸੋ ਵਿਦਿਆਰਥੀਓ ਜਿਵੇਂ ਕਿ ਸਾਨੂੰ ਪਤਾ ਹੀ ਹੈ ਭਾਰਤ ਨੂੰ ਜਿਹੜਾ ਵਾ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਵਾ. ਭਾਰਤ ਵਿੱਚ ਅਲੱਗ-ਅਲੱਗ ਜਿਹੜੇ ਤਿਉਹਾਰ ਮਨਾਏ ਜਾਂਦੇ ਨੇ. ਸਾਲ ਦੇ ਸਟਾਰਟਿੰਗ ਤੋਂ ਲੈ ਕੇ ਸਾਲ ਦੇ ਐਂਡ ਤੱਕ ਜਿਹੜੇ ਡਿਫਰੈਂਟ ਜਿਹੜੇ ਆਪਾਂ ਤਿਉਹਾਰ ਫੈਸਟੀਵਲਸ ਜਿਹੜੇ ਸੈਲੀਬ੍ਰੇਟ ਕਰਦੇ ਹਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਦੀਵਾਲੀ ਸਾਡਾ ਜਿਹੜਾ ਸਭ ਤੋਂ ਵੱਧ ਜਿਹੜਾ ਫੇਮਸ ਤੇ ਜਿਹੜਾ ਸਭ ਤੋਂ ਬੱਚਿਆਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਜਿਹੜਾ ਪਸੰਦੀਦਾ ਤਿਉਹਾਰ ਹੈ. ਸੋ ਇਸ ਤਿਉਹਾਰ ਨੂੰ ਅਸੀਂ ਜਿਹੜਾ ਅਲੱਗ-ਅਲੱਗ ਜਿਹੜੀਆਂ ਅਲੱਗ-ਅਲੱਗ ਧਾਰਮਿਕ ਜਾਂ ਇਤਿਹਾਸਿਕ ਪਰੰਪਰਾਵਾਂ ਦੇ ਨਾਲ ਸੰਬੰਧਿਤ ਮੰਨਦੇ ਹਾਂ ਕਿਉਂਕਿ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਸਾਡੀਆਂ ਧਾਰਮਿਕ ਤੇ ਇਤਿਹਾਸਿਕ ਜਿਹੜੀਆਂ ਵਾ ਮਨੋਥਾਵਾਂ ਨੇ ਉਹਨਾਂ ਨੂੰ ਜਿਹੜਾ ਵਾ ਅਸੀਂ ਧਿਆਨ ਵਿੱਚ ਰੱਖ ਕੇ ਹੀ ਇਸ ਤਿਉਹਾਰ ਨੂੰ ਮਨਾਉਂਦੇ ਹਾਂ. ਸੋ ਇਸ ਤਿਉਹਾਰ ਨੂੰ ਅਸੀਂ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ. ਜਦੋਂ ਅਸੀਂ ਜਾਣ ਪਹਿਚਾਣ ਲਿਖਣੀ ਹੈ ਤੇ ਉਹਦੇ ਵਿੱਚ ਅਸੀਂ ਅਲੱਗ-ਅਲੱਗ ਜਿਹੜੇ ਪੁਆਇੰਟਸ ਐਕਸਪਲੇਨ ਕਰਨੇ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ. ਜਿਹੜਾ ਦੀਵਾਲੀ ਹੈ ਉਸ ਦੀ ਜਿਹੜੀ ਧਾਰਮਿਕ ਅਤੇ ਇਤਿਹਾਸਿਕ ਜਿਹੜੀ ਪਰੰਪਰਾਵਾਂ ਦੇ ਨਾਲ ਸੰਬੰਧਿਤ ਤਿਉਹਾਰ ਹੈ. ਇਸ ਤੋਂ ਇਲਾਵਾ ਇਸ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ. ਇਸ ਤਿਉਹਾਰ ਨੂੰ ਅਸੀਂ ਕੱਤਕ ਮਹੀਨੇ ਦੀ ਮੱਸਿਆ ਦੇ ਵਾਲੇ ਦਿਨ ਮਨਾਉਂਦੇ ਹਾਂ. ਸੋ ਇਹ ਤਿਉਹਾਰ ਕੱਤਕ ਮਹੀਨੇ ਦੀ ਜਿਹੜੀ ਆ ਮੱਸਿਆ ਉਸ ਦੇ ਦਿਨ ਮਨਾਇਆ ਜਾਂਦਾ ਹੈ. ਇਸ ਨੂੰ ਖੁਸ਼ੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਹ ਤਿਉਹਾਰ ਦੁਸ਼ਹਿਰੇ ਤੋਂ ਬਿਲਕੁਲ 20 ਦਿਨ ਬਾਅਦ ਹੀ ਜਿਹੜਾ ਵਾ ਸੈਲੀਬ੍ਰੇਟ ਕੀਤਾ ਜਾਂਦਾ ਵਾ. ਸੋ ਇਹ ਸਾਡੇ ਜਿਹੜੇ ਕੁਝ ਪੁਆਇੰਟ ਸੀ ਜਿਨ੍ਹਾਂ ਨੂੰ ਅਸੀਂ ਆਪਣੀ ਇੰਟਰੋਡਕਸ਼ਨਰੀ ਪਾਰਟ ਜਾਂ ਜਾਣ ਪਹਿਚਾਣ ਵਿੱਚ ਜਿਹੜਾ ਇਨਕਲੂਡ ਕਰ ਸਕਦੇ ਹਾਂ. ਨੈਕਸਟ ਅਸੀਂ ਕਰਦੇ ਹਾਂ ਦੀਵਾਲੀ ਦਾ ਅਰਥ. ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਦੀਵਾਲੀ ਜਿਹੜੀ ਹੈ ਦੀਵਿਆਂ ਰੋਸ਼ਨੀਆਂ ਤੇ ਮੋਮਬੱਤੀਆਂ ਦਾ ਜਿਹੜਾ ਤਿਉਹਾਰ ਹੈ ਇਸ ਕਰਕੇ ਇਸ ਨੂੰ ਦੀਵਾਲੀ ਦਾ ਜਿਹੜਾ ਸ਼ਬਦ ਦਾ ਅਰਥ ਹੈ ਉਹ ਹੈ ਦੀਪ ਦੀ ਮਾਲਾ ਜਾਂ ਦੀਵਿਆਂ ਦੀ ਕਤਾਰ. ਸੋ ਜਦੋਂ ਅਸੀਂ ਦੀਪਾਂ ਦੀ ਮਾਲਾ ਕਰਦੇ ਹਾਂ ਦੀਪਮਾਲਾ ਕਰਦੇ ਹਾਂ ਜਾਂ ਦੀਵਿਆਂ ਦੀ ਜਗਾਉਂਦੇ ਹਾਂ ਦੈਨ ਉਸ ਟਾਈਮ ਤੇ ਅਸੀਂ ਕੀ ਦੀਵਾਲੀ ਸੈਲੀਬ੍ਰੇਟ ਕਰਦੇ ਹਾਂ. ਦੀਵਾਲੀ ਮਨਾਉਣ ਦੇ ਕਾਰਨ. ਸੋ ਨੈਕਸਟ ਸਾਡਾ ਪੁਆਇੰਟ ਹੈ ਇਹ ਸਾਡੇ ਬੋਡੀ ਪਾਰਟ ਵਿੱਚ ਆਏਗਾ ਕਿ ਦੀਵਾਲੀ ਮਨਾਉਣ ਦੇ ਕਾਰਨ ਕੀ ਹਨ. ਜਿਵੇਂ ਕਿ ਸਾਨੂੰ ਅਸੀਂ ਇੰਟਰੋਡਕਸ਼ਨ ਪਾਰਟ ਵਿੱਚ ਗੱਲ ਕੀਤੀ ਹੈ ਕਿ ਜਿਹੜਾ ਅਸੀਂ ਧਾਰਮਿਕ ਤੇ ਇਤਿਹਾਸਿਕ ਦੋਨਾਂ ਪੱਖਾਂ ਦੇ ਨਾਲ ਜਿਹੜਾ ਵਾ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਸੰਬੰਧ ਰੱਖਦਾ ਵਾ. ਸਭ ਤੋਂ ਪਹਿਲਾਂ ਸਾਡਾ ਵਾ ਧਾਰਮਿਕ ਪੱਖ ਕੀ ਹੈ ਕਿ ਦੀਵਾਲੀ ਮਨਾਉਣ ਲਈ ਸਭ ਤੋਂ ਪਹਿਲਾਂ ਜਿਹੜੇ ਅਸੀਂ ਦੀਵਾਲੀ ਮਨਾਉਂਦੇ ਹਾਂ ਉਹ ਹਿੰਦੂ ਧਰਮ ਦੇ ਜਿਹੜੇ ਅਲੱਗ-ਅਲੱਗ ਜਿਹੜੇ ਹਿੰਦੂ ਧਰਮ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਦੀਵਾਲੀ ਜਿਹੜਾ ਵਾ ਸ਼੍ਰੀ ਰਾਮ ਚੰਦਰ ਜੀ ਦੀ ਜਦੋਂ ਅਯੁੱਧਿਆ ਵਾਪਸੀ ਹੋਈ ਸੀਗੀ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ 14 ਸਾਲਾਂ ਦਾ ਬਨਵਾਸ ਕੱਟਿਆ ਸੀ. ਬਨਵਾਸ ਕੱਟਣ ਤੋਂ ਬਾਅਦ ਅਤੇ ਰਾਵਣ ਦਾ ਵਧ ਕਰਨ ਤੋਂ ਬਾਅਦ ਰਾਵਣ ਨੂੰ ਮਾਰਨ ਤੋਂ ਬਾਅਦ ਜਦੋਂ ਵਾਪਸ ਆਪਣੇ ਦੇਸ਼ ਪਰਤਦੇ ਨੇ ਅਯੁੱਧਿਆ ਪਰਤਦੇ ਨੇ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਉੱਥੋਂ ਦੇ ਲੋਕਾਂ ਦੁਆਰਾ ਜਿਹੜਾ ਵਾ ਦੀਵਾਲੀ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ. ਵੱਖ-ਵੱਖ ਦੀਵਿਆਂ ਨੂੰ ਮੋਮਬੱਤੀਆਂ ਨੂੰ ਜਗਾ ਕੇ ਜਿਹੜਾ ਭਗਵਾਨ ਰਾਮ ਚੰਦਰ ਜੀ ਸੀ ਉਹਨਾਂ ਦੇ ਆਉਣ ਦੀ ਜਿਹੜੀ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ ਸੀ. ਜੇ ਸਿੱਖ ਪੱਖ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਦੀ ਰਿਹਾਈ ਕਰਵਾਈ ਸੀ. ਜਦੋਂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀਗੇ ਤੇ ਉਹਨਾਂ ਦੇ ਨਾਲ 52 ਰਾਜੇ ਵੀ ਕੈਦ ਸੀ. ਜਦੋਂ ਹਰਗੋਬਿੰਦ ਸਾਹਿਬ ਜੀ ਨੂੰ ਇਸ ਦਿਨ ਆਜ਼ਾਦੀ ਦਿੱਤੀ ਗਈ ਸੀ ਗਵਾਲੀਅਰ ਦੇ ਰਾਜੇ ਦੁਆਰਾ ਆਜ਼ਾਦ ਕੀਤਾ ਗਿਆ ਸੀ ਤੇ ਬਾਕੀ ਰਾਜਿਆਂ ਨੇ ਵੀ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਸੀ ਕਿ ਸਾਨੂੰ ਵੀ ਤੁਸੀਂ ਆਜ਼ਾਦ ਕਰਾਓ. ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ
उस ग्वालियर के किले विच मौजूद 52 राजे जो हिंदू धर्म नाल संबंध रखते सी उन्हां नूं भी रिहा करवाया सी। सो ये दो अलग अलग कारण ने जिन्हां दे पक्ष तो जिहड़ी है दिवाली सैलीब्रेट की जाती है। सो नैक्सट गल करते हैं दिवाली दी तैयारियां। जदों भी दिवाली आने वाली होंदी है सानूं सारिआं नूं जिहड़ी बहुत ज़्यादा एक्साइटमेंट होंदी है जो बहुत ज़्यादा उत्साह होंदा है। सो दिवाली दी तैयारियां लई असीं की करदे हैं, सब तो पहलां असीं घरां दी सफाई ते दुकानां दी सफाई कीती जांदी है। सब तो पहलां सानूं पता है कि दिवाली दे दौरान असीं जिहड़ी घरां ते अपणीआं दुकानां दी जिथे भी असीं रहिंदे हां उत्थे साफ सफाई करदे हां। इस तो इलावा घरां ते बाज़ारां दी सजावट कीती जांदी है, लोकां दे द्वारा अपने घरां ते बाज़ारां नूं सजाया जांदा, लाइटिंग कीती जांदी है, कली कीती जांदी है, अलग अलग तरीके दे नाल अपने घर नूं जिहड़ा वा दा साज श्रृंगार किया जाता है। इस तो इलावा हलवाई द्वारा मिठाइयां दी तैयारियां करना। दिवाली की चलो सैलीब्रेशन होंदी है तो दिवाली की सैलीब्रेशन हर धर्म के जोड़े लोगों द्वारा की जाती है। हर एक इंसान द्वारा अपना मूँह मिठा किया जाता है, पार्टीज दित्तियां जांदियां ने, एक दूसरे नूं मिठाइयां वंडियां जांदियां ने। सो इन्हां दिनां दे विच हलवाई जिहड़े आ अपनी दुकानां दे उपर वख-वख तरह दी मिठाइयां जिहड़ियां तैयार करदे ने। सो नैक्सट की है बाज़ारां दी रौनक। जिवें कि सानूं पता ही है कि इन्हां दिनां दे विच जिहड़ा बाज़ारां नूं लाइटिंग्स दे नाल वख-वख तरह दे नाल जिहड़ा सजाया जांदा है। किते दीवे वाले दीवियां दी सजावट की गई हुंदी है, किते अलग अलग फ्लावर्स दी जां अलग अलग गुब्बारियां दी जिहड़ी है लगा के उन्हां दी सजावट की गई हुंदी है। इस तो इलावा गल की जाए तो रात का दृश्य। हुण दिवाली वाले दिन रात का दृश्य किवें हुंदा है? रात दे विच लोकी दीवे ते मोमबत्तियां द्वारा दीपमाला की जाती है। लोगों द्वारा अपने घरां नूं दीवे ते मोमबत्तियां दे नाल सजा के उन्हां दी जिहड़ी दीपमाला की जाती है। पटाके चलाउणा, फिर बच्चों द्वारा नौजवानों द्वारा जिहड़ा अपने घरां दे विच पटाके चलाए जाते जिन्होंने असीं एक दिवाली के त्यौहार का शगन वजों लैंदे हैं कि इस दिन लोकी अपने घरां विच पटाके चला के जश्न मनाउंदे शगन करते हैं। मिठाई वंडना, लोगों द्वारा इस दिन सारे गिले शिकवे अपनी दुश्मनी कड़वाहट नूं भुला के आपस में जिहड़ा वा मिठाई वंडी जाती है। ठीक है, प्यार वधाया जाता वा, नवे नवे कपड़े पहनना। इस दिन लोगों नूं सारिआं नूं जिहड़ा बहुत ज़्यादा जिवें कि सानूं आप नूं ही बहुत ज़्यादा जिहड़े आ एक्साइटमेंट हुंदी आ, उत्साह हुंदा वा। सो असीं इस दिन दे उपर की नवे नवे कपड़े पहनते हैं। सो लक्ष्मी देवी की पूजा रात नूं की हिंदू धर्म के विच लोकां दा जिहड़ा वा मनना है कि अगर इस दिन लक्ष्मी देवी की पूजा की जाए तो बहुत ज़्यादा शुभ हुंदी है। सो हिंदू धर्म के लोग अजकल तो होर भी धर्मां के बहुत सारे लोग जिहड़े लक्ष्मी की पूजा करते हैं। ठीक है, सो रात नूं जिहड़े लोग लक्ष्मी देवी की पूजा करते हैं उन्हां दा मनना है कि जे अगर इस दिन लक्ष्मी देवी की पूजा की जाए तो लक्ष्मी देवी उन्हां दे घरां दे विच आउंदे ने। ठीक है, जो अपने घर जो उन्हां दे घर उन्हां दे विच जिहड़ी आ दौलत खुशियां जिहड़े आ ओह आदि जिहड़ी उन्हां नूं आ खुश मिलदी है। सो सारंश का मतलब कंक्लूजन। सो असीं कंक्लूजन विच की लिखना है कि दिवाली एक खुशियां दा त्यौहार है, ये आपसी भाईचारे अते सांझ का प्रतीक है। इस दिन लोगों के द्वारा जिहड़ी फजूल खर्ची की जाती है, जिवें कि पटाके चलाउणा, ठीक है, वाधू मतलब कि प्रदूषण फैलाउणा, इन्हां चीज़ों की जिहड़ियां रोकथाम की जानी चाहिए है। फजूल खर्ची सानूं नहीं करनी चाहिए। तो भेदभाव का खात्मा, जिवें कि दिवाली सब का जिहड़ा सांझा त्यौहार मन्निया जाता वा, लोग आपस में प्यार भ्रातृभाव के नाल रहिंदे ने, इस करके जिहड़ी की आ भेदभाव का खात्मा करती है। सो इस दिन दौरान सानूं अपने सारे कड़वाहट गिले शिकवे सब कुछ खत्म करके प्यार दे नाल रहना चाहिए है। सो साडा नैक्सट लेख है वर्खा रुत का एक दृश्य। सो विद्यार्थियों, साडा अगला लेख है वर्खा रुत का एक दृश्य। जिवें कि मैं दिवाली के लेख तो पहले ही गल की सी कि तीन चीज़ों ने इंपोर्टेंस तीन चीज़ों की इंपोर्टेंस को ध्यान में रखना है कि सब तो पहले जान पहचान देनी है, दैन उन्होंने बॉडी लिखनी है, बॉडी लिखनी है, दैन लास्ट ते कंक्लूजन लिखना है। सो असी तीनों ही पॉइंट्स नूं अलग अलग डिफरेंट पॉइंट्स दे विच लैके चलना है। सो हुण असी गल करते हैं साडा वर्खा रुत का एक दृश्य। इहदे विच असी वर्खा रुत का जिहड़ा दृश्य आ वो एक बच्चे के हिसाब तो असी किस तरह उन्हें एक्सप्लेन करना वो असी इस लेख दे विच पढ़ांगे। सब तो पहले असी गल करांगे जान पहचान की। जदों भी असी जान पहचान की गल करते हैं तो असी जान पहचान दे विच असी सारे मौसमां दे बारे गल करनी है। जिवें कि सानूं पता ही है भारत उपर जिहड़ी धरती दे जिहड़े उपर 6 तरह दी रुत्तां आउंदियां ने, गर्मी, सर्दी, बसंत, पतझड़, बरखा ते औड़।
ਸੋ ਇਹ ਸਾਰੀਆਂ ਰੁੱਖਾਂ ਜਿਹੜੀਆਂ ਵਾਰੀ-ਵਾਰੀ ਦਸਤਕ ਦਿੰਦੀਆਂ ਹਨ। ਭਾਰਤ ਵਿੱਚ ਜੁਲਾਈ ਅਗਸਤ ਦੇ ਮਹੀਨੇ ਵਿੱਚ ਬਰਸਾਤ ਦੇ ਮਹੀਨੇ ਹੁੰਦੇ ਹਨ। ਇਸ ਵੇਲੇ ਕਿਤੇ ਵੀ ਬੱਦਲ ਜਿਹੜੇ ਆ ਵਰਨੇ ਸ਼ੁਰੂ ਹੋ ਜਾਂਦੇ ਨੇ ਤੇ ਘੜੀਆਂ ਪਲਾਂ ਵਿੱਚ ਜਿਹੜੀ ਬਾਰਿਸ਼ ਆ ਜਾਂਦੀ ਆ। ਸੋ ਇਹ ਜਿਹੜੀ ਲਾਈਨਸ ਅਸੀਂ ਲਿਖਾਂਗੇ ਆਪਣੇ ਜਾਣ ਪਹਿਚਾਣ ਦੇ ਵਿੱਚ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਆਪਣੀ ਲੇਖ ਦੀ ਬੋਡੀ ਦੀ, ਕਿ ਸਾਡਾ ਬੋਡੀ ਦਾ ਸਟਰਕਚਰ ਕਿੱਦਾਂ ਦਾ ਹੋਣਾ ਚਾਹੀਦਾ। ਸੋ ਅਸੀਂ ਇਸ ਨੂੰ ਅਲੱਗ-ਅਲੱਗ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ ਹੈ, ਜਿਵੇਂ ਕਿ ਫਸਟ ਵਾਲਾ ਪੁਆਇੰਟ ਹੈ ਨੀਂਹ ਦਾ ਆਰੰਭ। ਸੋ ਵਿਦਿਆਰਥੀਓ ਇੱਕ ਦ੍ਰਿਸ਼ ਦੇ ਵਿੱਚ ਅਸੀਂ ਆਪਣਾ ਅੱਖੀ ਡਿੱਠਾ ਦ੍ਰਿਸ਼ ਪੇਸ਼ ਕਰਨਾ ਵਾ। ਸੋ ਲੈਟਸ ਸਟਾਰਟ। ਜੁਲਾਈ ਮਹੀਨੇ ਦੀ ਇੱਕ ਸਖਤ ਰਾਤ ਸੀ। ਗਰਮੀ ਹੋਣ ਕਰਕੇ ਮੈਨੂੰ ਅੱਧੀ ਰਾਤ ਨੂੰ ਹੀ ਨੀਂਦ ਆਈ। ਅਸੀਂ ਸਾਰੇ ਕੋਠੇ ਉੱਪਰ ਸੁੱਤੇ ਪਏ ਸੀ। ਤੜਕਸਾਰ ਕਿਨ-ਮਿਨ ਨੇ ਜਗ੍ਹਾ ਲੈ ਲਿੱਤੀ। ਮੈਂ ਅੱਖਾਂ ਮਲਦੀ ਹੋਈ ਉੱਠੀ। ਮੈਂ ਵੇਖਿਆ ਚਾਰੇ ਪਾਸੇ ਕੋਠਿਆਂ ਉੱਪਰ ਲੋਕ ਜਾਗ ਰਹੇ ਹਨ। ਹਫੜਾ ਦਫੜੀ ਮੱਚੀ ਹੋਈ ਹੈ। ਇੰਨੇ ਨੂੰ ਬਿਜਲੀ ਚਮਕੀ ਅਤੇ ਬੱਦਲ ਗਰਕਣੇ ਸ਼ੁਰੂ ਹੋ ਗਏ। ਆਵਾਜ਼ ਸੁਣ ਕੇ ਛੋਟੇ ਬੱਚੇ ਰੋਣ ਲੱਗ ਪਏ। ਅਸੀਂ ਕੋਠੇ ਤੋਂ ਮੰਜੇ ਤੇ ਬਿਸਤਰੇ ਲਾਏ ਤੇ ਹੇਠਾਂ ਕਮਰੇ ਵਿੱਚ ਆ ਗਏ। ਸੋ ਇਹ ਸੀਗਾ ਮੀਂਹ ਦਾ ਆਰੰਭ ਤੇ ਵੇਲੇ ਦਾ ਪਹਿਲਾਂ ਮੀਂਹ ਦੇ ਆਰੰਭ ਹੋਣ ਤੋਂ ਪਹਿਲਾਂ ਦਾ ਦ੍ਰਿਸ਼ ਕਿਵੇਂ ਦਾ ਸੀ। ਸੋ ਨੈਕਸਟ ਪੁਆਇੰਟ ਹੈ ਦਿਨ ਚੜ੍ਹਨਾ ਤੇ ਸਕੂਲ ਜਾਣਾ। ਥੱਲੇ ਉਤਰ ਕੇ ਅਸੀਂ ਸਾਰੇ ਮੰਜਿਆਂ ਉੱਪਰ ਫਿਰ ਲੰਮੇ ਪੈ ਗਏ, ਪਰ ਥੋੜੀ ਦੇਰ ਬਾਅਦ ਹੀ ਬਿਜਲੀ ਗਾਇਬ ਹੋ ਗਈ। ਬਿਜਲੀ ਦੇ ਜਾਣ ਤੋਂ ਬਾਅਦ ਕਾਫੀ ਟਾਈਮ ਬਾਅਦ ਮੇਰੀ ਅੱਖ ਲੱਗੀ ਤੇ ਥੋੜੇ ਟਾਈਮ ਬਾਅਦ ਹੀ ਮੈਨੂੰ ਮੇਰੀ ਮਾਤਾ ਜੀ ਨੇ ਜਗਾ ਦਿੱਤਾ ਕਿ ਉੱਠੋ, ਤੁਸੀਂ ਸਕੂਲ ਜਾਣਾ ਹੈ। ਮੈਂ ਉੱਠੀ ਅਤੇ ਸਕੂਲ ਜਾਣ ਲਈ ਤਿਆਰ ਹੋ ਗਈ। ਸਕੂਲ ਜਾਣ ਲਈ ਤਿਆਰ ਹੋਣ ਤੋਂ ਬਾਅਦ ਮੈਂ ਆਪਣੀ ਛਤਰੀ ਲਈ ਅਤੇ ਸਕੂਲ ਵੱਲ ਚੱਲ ਪਈ। ਉਸ ਵੇਲੇ ਹਲਕੀ ਬਾਰਿਸ਼ ਹੋ ਰਹੀ ਸੀ। ਸੋ ਨੈਕਸਟ ਪੁਆਇੰਟ ਹੈ ਵਰਖਾ ਰੁੱਤ ਦਾ ਦ੍ਰਿਸ਼। ਜਦੋਂ ਹੁਣ ਘਰ ਤੋਂ ਬੱਚਾ ਚੱਲ ਪਿਆ ਹੈ ਤੇ ਉਸ ਤੋਂ ਬਾਅਦ ਉਸ ਨਾਲ ਬਾਹਰ ਦਾ ਦ੍ਰਿਸ਼ ਤੁਹਾਨੂੰ ਕਿਵੇਂ ਦਾ ਹੈ ਉਹ ਅਸੀਂ ਇਸ ਪੁਆਇੰਟ ਦੇ ਵਿੱਚ ਡਿਸਕਸ ਕਰਾਂਗੇ। ਵਰਖਾ ਰੁੱਤ ਦਾ ਦ੍ਰਿਸ਼ ਕਿਵੇਂ ਦਾ ਸੀਗਾ। ਰਸਤੇ ਵਿੱਚ ਕਾਫੀ ਭੀੜ ਘੱਟ ਸੀ। ਬੱਚੇ ਬੱਗੀਆਂ, ਰਿਕਸ਼ਿਆਂ ਅਤੇ ਸਕੂਲ ਬੱਸਾਂ ਵਿੱਚ ਆਪਣੇ ਸਕੂਲ ਜਾ ਰਹੇ ਸਨ। ਰਸਤੇ ਵਿੱਚ ਪਾਣੀ ਭਰਿਆ ਹੋਇਆ ਸੀ। ਲੋਕਾਂ ਦੀਆਂ ਕਾਰਾਂ, ਸਕੂਟਰ ਆਦਿ ਬੰਦ ਹੋਏ ਖੜੇ ਸਨ। ਲੋਕ ਕਾਰਾਂ, ਸਕੂਟਰਾਂ ਨੂੰ ਧੱਕਾ ਲਗਾ ਕੇ ਬਾਹਰ ਕੱਢ ਰਹੇ ਸਨ। ਮੈਂ ਸਕੂਲ ਪੁੱਜੀ। ਬਹੁਤ ਸਾਰੇ ਵਿਦਿਆਰਥੀ ਭਿੱਜੇ ਹੋਏ ਸਨ। ਜਦੋਂ ਅਸੀਂ ਸਕੂਲ ਦੀ ਘੰਟੀ ਵੱਜੀ ਤਾਂ ਅਸੀਂ ਵੇਖਿਆ ਕਿ ਕਲਾਸਾਂ ਵਿੱਚ ਹਾਜ਼ਰੀ ਬਹੁਤ ਘੱਟ ਸੀ। ਬਾਹਰ ਮੀਂਹ ਹੋਰ ਤੇਜ਼ ਹੋ ਚੁੱਕਾ ਸੀ। ਸੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਉਦੋਂ ਅਕਸਰ ਜਿਹੜੇ ਆ ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਗਿਣਤੀ ਘੱਟ ਹੁੰਦੀ ਹੈ। ਸੋ ਆਰ ਨੈਕਸਟ ਪੁਆਇੰਟ ਇਜ਼ ਸਕੂਲ ਤੋਂ ਵਾਪਸੀ। ਜਦੋਂ ਛੁੱਟੀ ਦੇ ਟਾਈਮ ਤੋਂ ਬਾਅਦ ਸਕੂਲੋਂ ਵਾਪਸੀ ਦਾ ਟਾਈਮ ਸੀ, ਉਸ ਸਮੇਂ ਦਾ ਦ੍ਰਿਸ਼ ਕਿਵੇਂ ਦਾ ਸੀ ਉਹ ਅਸੀਂ ਇਸ ਪੁਆਇੰਟ ਵਿੱਚ ਡਿਸਕਸ ਕਰਾਂਗੇ। ਦੁਪਹਿਰ ਨੂੰ ਮੀਂਹ ਰੁਕ ਚੁੱਕਾ ਸੀ। ਸਕੂਲ ਵਿੱਚ ਪੂਰੀ ਛੁੱਟੀ ਹੋ ਗਈ ਸੀ। ਸਕੂਲੋਂ ਬਾਹਰ ਨਿਕਲਦਿਆਂ ਹੀ ਮੇਰੀ ਸਹੇਲੀ ਅਚਾਨਕ ਫਿਸਲ ਗਈ। ਉਸ ਦੇ ਕੱਪੜੇ ਚਿੱਕੜ ਨਾਲ ਭਰ ਗਏ। ਮੇਰੀ ਸਕਰਟ ਵੀ ਮੀਂਹ ਦੇ ਨਾਲ ਭਿੱਜ ਗਈ। ਸਕੂਲ ਤੋਂ ਥੋੜਾ ਅੱਗੇ ਗਏ ਤਾਂ ਰਸਤੇ ਵਿੱਚ ਹੀ ਇੱਕ ਕੰਧ ਡਿੱਗੀ ਹੋਈ ਵੇਖੀ। ਮੈਂ ਘਰ ਪਹੁੰਚਣ ਤੇ ਵੇਖਿਆ ਮੰਮੀ ਖੀਰ ਪੂੜੇ ਬਣਾ ਰਹੇ ਸਨ। ਉਸ ਦਿਨ ਮੈਂ ਰੱਜ ਕੇ ਖੀਰ ਪੂੜੇ ਖਾਦੇ। ਜਿਵੇਂ ਕਿ ਸਾਨੂੰ ਪਤਾ ਹੀ ਕਿ ਵਰਖਾ ਰੁੱਤ ਦਾ ਜਦੋਂ ਮੌਸਮ ਆਉਂਦਾ ਵਾ ਉਦੋਂ ਸਾਡੇ ਘਰਾਂ ਦੇ ਵਿੱਚ ਜਿਹੜੇ ਅਕਸਰ ਖੀਰ ਪੂੜੇ ਬਣਾਏ ਜਾਂਦੇ ਨੇ, ਜੋ ਸਾਉਣ ਮਹੀਨੇ ਦੇ ਵਿੱਚ ਇੱਕ ਸ਼ਗਨ ਮੰਨਿਆ ਜਾਂਦਾ ਵਾ। ਸੋ ਜਦੋਂ ਅਸੀਂ ਘਰ ਵਾਪਸ ਪਹੁੰਚੇ ਤਾਂ ਮੰਮੀ ਦੁਆਰਾ ਬਣਾਏ ਹੋਏ ਖੀਰ ਪੂੜੇ ਅਸੀਂ ਖਾਦੇ। ਸੋ ਨੈਕਸਟ ਪੁਆਇੰਟ ਹੈ ਵਰਖਾ ਜੀਵਨ ਦਾ ਮਹੱਤਵ। ਵਰਖਾ ਦਾ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਰਖਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਠੀਕ ਹੈ, ਵਰਖਾ ਦੇ ਬਿਨਾਂ ਸਾਡਾ ਜੀਵਨ, ਵਰਖਾ ਜਿਹੜਾ ਸਾਨੂੰ ਪਾਣੀ ਦਿੰਦਾ ਹੈ, ਠੀਕ ਹੈ, ਪਾਣੀ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਸੋ ਸਾਨੂੰ ਹਮੇਸ਼ਾ ਹੀ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ। ਇਸ ਵਰਖਾ ਦੀ ਜਿਹੜੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਸੋ ਦਿਸ ਵਾਸ ਯੋਰ ਐਸੇਸ ਦੀਵਾਲੀ ਅਤੇ ਵਰਖਾ ਰੁੱਤ ਦਾ ਇੱਕ ਦ੍ਰਿਸ਼। ਥੈਂਕ ਯੂ।